ਗੁਰਬਚਨ ਸਿੰਘ ਭੁੱਲਰ ਦਾ ਲਿਖਿਆ ਵਿਅਕਤੀ ਚਿੱਤਰ ਹੈ ਰਾਜਾ ਰਾਮ। ਸਾਡੇ ਘਰੋਂ ਸਭ ਦੇ ਨੇੜੇ ਰਾਜਾ ਰਾਮ ਦੀ ਹੱਟੀ ਪੈਂਦੀ ਸੀ। ਇਹ ਮੇਰੇ ਬਚਪਨ ਦੇ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਸ਼ਹਿਰੀ ਦੁਕਾਨਾਂ ਦਾ ਪੇਂਡੂ ਘਰਾਂ ਨਾਲ ਸਿੱਧਾ ਸੰਪਰਕ ਨਹੀਂ ਸੀ ਬਣਿਆ। ਪੇਂਡੂ ਲੋਕ ਕਿਸੇ ਵਿਆਹ ਸਾਹੇ ਦੀ ਖਰੀਦ ਕਰਨ ਸਮੇਂ ਜਾਂ ਥੋਕ 'ਚ ਕੁਝ ਖਰੀਦਣ ਦੀ ਲੋੜ ਪਈ ਤੋਂ ਜਾਂ ਫਿਰ ਪਿੰਡ ਦੀਆਂ ਦੁਕਾਨਾਂ 'ਚੋਂ ਕੋਈ ਚੀਜ਼ ਨਾ ਮਿਲਣ ਕਰਕੇ ਹੀ ਸ਼ਹਿਰ ਵੱਲ ਮੂੰਹ ਕਰਦੇ ਸਨ। ਅਜਿਹੇ ਮੌਕੇ ਸਾਡੇ ਪਿੰਡ ਦੇ ਲੋਕ ਫੂਲ ਮੰਡੀ ਦਾ ਰੁੱਖ ਕਰਦੇ। ਸ਼ਹਿਰਾਂ ਨੂੰ ਉਦੋਂ ਮੰਡੀ ਹੀ ਕਿਹਾ ਜਾਂਦਾ ਸੀ। ਉਹਨਾਂ ਦੀਆਂ ਰੋਜ਼ ਦੀਆਂ ਸਧਾਰਨ ਲੋੜਾਂ ਪਿੰਡ ਦੀਆਂ ਦੁਕਾਨਾਂ ਪੂਰੀਆਂ ਕਰ ਦਿੰਦੀਆਂ। ਅਜਿਹੀ ਦੁਕਾਨ ਨੂੰ ਹੱਟ ਜਾਂ ਹੱਟੀ ਕਿਹਾ ਜਾਂਦਾ ਸੀ। ਭਾਸ਼ਾਈ ਉਚਾਰਨ ਅਨੁਸਾਰ ਥੋੜ੍ਹੇ ਬਦਲੇ ਹੋਏ ਰੂਪ ਵਿੱਚ ਸ਼ਬਦ ਹੱਟ ਦੂਰ ਤੱਕ ਵਰਤਿਆ ਜਾਂਦਾ ਹੈ। ਦਿੱਲੀ ਵਿੱਚ ਖਾਸ ਕਰਕੇ ਪਰੰਪਰਾਈ ਕਲਾਵਾਂ ਦੇ ਵਾਧੇ ਵਾਸਤੇ ਸਰਕਾਰ ਨੇ ਕਈ ਥਾਈਂ ਦਿੱਲੀ ਹਾਟ ਖੋਲ੍ਹੀਆਂ ਹੋਈਆਂ। ਬੰਗਾਲ ਦਾ ਜ਼ਿਕਰ ਚੱਲਿਆ ਹਾਟ ਅਕਸਰ ਹੀ ਸੁਣਨ 'ਚ ਆਉਂਦਾ ਹੈ। ਦੁਕਾਨ ਜਾਂ ਮੰਡੀ ਨਾਲ ਲੁੱਟ ਦਾ ਭਾਵ ਜੁੜਿਆ ਹੋਇਆ। ਹੱਟ ਲੈਣ ਦੇਣ ਦਾ ਆਦਾਨ ਪ੍ਰਦਾਨ ਦਾ ਸੱਭਿਆਚਾਰਕ ਸੰਕਲਪ ਸੀ। ਇਸੇ ਕਰਕੇ ਭਾਈ ਵੀਰ ਸਿੰਘ ਨੇ ਦੁਕਾਨ ਜਾਂ ਮੰਡੀ ਨਹੀਂ ਮਹਿਕ ਦੀ ਹੱਟ ਲਾਈ ਸੀ। ਸਾਡੇ ਪਿੰਡ 'ਚ ਰਾਜਾ ਰਾਮ ਦੀ ਵੀ ਹੱਟ ਹੀ ਸੀ। ਹੁਣ ਜਦੋਂ ਮੈਂ ਉਸ ਸਮੇਂ ਰਾਜਾ ਰਾਮ ਦੀ ਹੱਟ ਤੋਂ ਤੇ ਕਿਸੇ ਸ਼ਹਿਰੀ ਦੁਕਾਨ ਤੋਂ ਕੀਤੀ ਖਰੀਦ ਯਾਦ ਕਰਦਾ ਇੱਕ ਦਿਲਚਸਪ ਫਰਕ ਮਨ 'ਚ ਉੱਭਰਦਾ ਹੈ। ਰੂੰਗੇ ਦਾ ਫਰਕ, ਜਿਸ ਨੂੰ ਕਈ ਲੋਕ ਝੂੰਗਾ ਵੀ ਆਖਦੇ ਹੈ। ਹੱਟ ਤੋਂ ਕੁਝ ਖਰੀਦਿਆ, ਮੰਗੇ ਤੋਂ ਬਿਨਾਂ ਘੱਟ ਵੱਧ ਖਰੀਦ ਅਨੁਸਾਰ ਹੀ ਖਾਣ ਵਾਲੀ ਕੋਈ ਚੀਜ਼ ਥੋੜ੍ਹੀ ਜਾਂ ਬਹੁਤੀ ਸਸਤੀ ਜਾਂ ਮਹਿੰਗੀ ਮੁਫਤ ਮਿਲਦੀ ਸੀ। ਛੋਟੀਆਂ ਮਿੱਠੀਆਂ ਗੋਲੀਆਂ, ਰਿਉੜੀਆਂ, ਪਤਾਸੇ, ਚੂਰਨ ਦੀਆਂ ਕਰਾਰੀਆਂ ਗੋਲੀਆਂ, ਅੰਬਾਂ ਦੀ ਰੁੱਤ ਵਿੱਚ ਛੋਟਾ ਜਿਹਾ ਚੂਸਣ ਵਾਲਾ ਅੰਬ ਵੀ ਇਸੇ ਨੂੰ ਰੂੰਗਾ ਕਿਹਾ ਜਾਂਦਾ ਸੀ। ਅਤੇ ਜੇ ਕੋਈ ਕੰਜੂਸ ਬਾਣੀਆ ਰੂੰਗਾ ਹੱਥ ਘੁੱਟ ਕੇ ਦਿੰਦਾ, ਬੱਚੇ ਉਹਦੀ ਦੁਕਾਨ 'ਚ ਘੱਟ ਜਾਂਦੇ। ਰਾਜਾ ਰਾਮ ਦਾ ਹੱਥ ਖੁੱਲ੍ਹਾ ਸੀ। ਮਗਰੋਂ ਜਦੋਂ ਉਮਰ ਸਾਡੀ ਮਾਸੂਮੀਅਤ ਖੋਹ ਲੈਂਦੀ ਹੈ, ਪਤਾ ਲੱਗ ਜਾਂਦਾ ਵੀ ਇਸ ਮੁਫਤ ਰੂੰਗੇ ਦਾ ਪੜਤਾ ਹਰੇਕ ਬਾਣੀਏ ਨੇ ਪਹਿਲਾਂ ਹੀ ਰੱਖ ਲਿਆ ਹੁੰਦਾ ਸੀ। ਉਸ ਉਮਰੇ ਪਰ ਸਾਡੇ ਲਈ ਮੁਫਤ ਮਿਲਿਆ ਰੂੰਗਾ ਬੜੀ ਪ੍ਰਾਪਤੀ ਹੁੰਦਾ ਸੀ। ਜੇ ਕੋਈ ਮੁੰਡਾ ਰੂੰਗਾ ਥੋੜ੍ਹਾ ਦੇਖ ਕੇ ਗਿਲਾ ਕਰਦਾ, ਬਸ ਇੰਨਾ ਹੀ, ਤਾਂ ਵੀ ਬਾਣੀਆ ਉਹਨੂੰ ਚੱਲ ਭੱਜ ਇੱਥੋਂ ਨਹੀਂ ਸੀ ਆਖਦਾ, ਸਗੋਂ ਥੋੜ੍ਹਾ ਜਿਹਾ ਹੋਰ ਦੇ ਕੇ ਸਰਚਾ ਦਿੰਦਾ। ਅਸਲ 'ਚ ਰੂੰਗਾ ਹੀ ਹੁੰਦਾ ਸੀ ਜੋ ਸਾਨੂੰ ਨਿਆਣਿਆਂ ਨੂੰ ਰਾਜਾ ਰਾਮ ਵਰਗਿਆਂ ਦੀਆਂ ਹੱਟਾਂ ਵੱਲ ਖਿੱਚਣ ਵਾਸਤੇ ਚੁੰਬਕ ਦਾ ਕੰਮ ਕਰਦਾ। ਇਸੇ ਕਾਰਨ ਜਦੋਂ ਖੇਡ 'ਚ ਮਗਨ ਕਿਸੇ ਮੁੰਡੇ ਨੂੰ ਮਾਂ ਆਖਦੀ, ਵੇ ਮੁੰਡਿਆ ਘਰੇ ਆ, ਕੰਮ ਹੈ, ਉਹ ਨਾਬਰ ਹੋ ਜਾਂਦਾ। ਮਾਂ ਤੂੰ ਆਪੇ ਕਰ ਲੈ ਆਪਦਾ ਕੰਮ ਕੁੰਮ, ਮੈਂ ਨਹੀਂ, ਆੜੀਆਂ ਤੋਂ ਗਾਲਾਂ ਲੈਂਦਾ ਖੇਡ ਵਿਚਾਲੇ ਛੱਡ ਕੇ। ਪਰ ਜੇ ਮਾਂ ਆਖਦੀ, ਵੇ ਮੁੰਡਿਆ ਜਾਂ ਮੈਨੂੰ ਰਾਜੇ ਦੀ ਹੱਟ ਤੋਂ ਸੌਦਾ ਲਿਆ ਦੇ, ਉਹ ਖਿੱਦੋ, ਖੂੰਡੀ, ਗੁੱਲੀ ਜਾਂ ਡੰਡਾ ਜੋ ਕੁਛ ਵੀ ਹੱਥ 'ਚ ਹੁੰਦਾ, ਨਾਲ ਦੇ ਖੇਡਣ ਵਾਲਿਆਂ ਦੀ ਕੋਈ ਪਰਵਾਹ ਕੀਤੇ ਬਿਨਾਂ ਉੱਥੇ ਹੀ ਸੁੱਟ ਕੇ ਮੈਂ ਹੁਣੇ ਆਇਆ ਯਾਰ ਆਖਦਾ ਅਤੇ ਮਾਂ ਮਗਰ ਤੁਰ ਪੈਂਦਾ। ਉਹ ਝੋਲੀ 'ਚ ਦਾਣੇ ਪਵਾਉਂਦਾ, ਹੱਟ ਨੂੰ ਭੱਜ ਲੈਂਦਾ। ਦੋਵਾਂ ਵਾਰ ਦੇ ਰਵੱਈਏ ਵਿਚਲੇ ਫਰਕ ਦਾ ਕਾਰਨ ਰੂੰਗਾ ਹੀ ਹੁੰਦਾ ਸੀ। ਨਵੀਆਂ ਪੀੜ੍ਹੀਆਂ ਨੂੰ ਇਹ ਗੱਲ ਦੱਸਣੀ ਵੀ ਠੀਕ ਹੋਏਗੀ ਕਿ ਸਾਡੀ ਪੇਂਡੂ ਪੀੜ੍ਹੀ ਨਗਦ ਪੈਸਿਆਂ ਦੀ ਥਾਂ ਕੁੜਤੇ ਦੀ ਝੋਲੀ 'ਚ ਦਾਣੇ ਲੈ ਕੇ ਦੁਕਾਨ ਤੋਂ ਕੁਛ ਲੈਣ ਕਿਉਂ ਜਾਂਦੀ ਸੀ। ਪੈਸਾ ਜੋ ਦਰਮਿਆਨੀ ਜਮਾਤ ਦੀ ਹੇਠਲੀ ਪਰਤ ਕਹਾਉਂਦੇ ਬੰਦਿਆਂ ਵੱਲੋਂ ਵੀ ਅੱਜ ਬੇਕਿਰਕੀ ਨਾਲ ਪਾਣੀ ਵਾਂਗ ਵਹਾਇਆ ਰੋੜਿਆ ਜਾਂਦਾ ਹੈ। ਉਦੋਂ ਇਸ ਪਰਤ ਨੂੰ ਵੀ ਬੜੀ ਮੁਸ਼ਕਿਲ ਨਾਲ ਹੱਥ ਆਉਂਦਾ ਸੀ। ਹੁਣ ਤਾਂ ਸਕੂਲੀ ਵਿਦਿਆਰਥੀ ਘਰੋਂ ਮਿਲੇ ਹੋਏ ਜੇਬ ਖਰਚ ਵਜੋਂ 100 ਦੇ ਨੋਟ ਤੇ ਮੋਬਾਈਲ ਚਾਰਜ ਕਰਾਉਣ ਲਈ 500 ਦੇ ਨੋਟ ਚੁੱਕੀ ਫਿਰਦੇ ਹੈ। ਉਸ ਸਮੇਂ ਅਜਿਹੇ ਲੋਕ ਵੀ ਹੁੰਦੇ ਸੀ ਜਿਨ੍ਹਾਂ ਨੇ 100 ਦਾ ਨੋਟ ਹੋਰਾਂ ਦੇ ਹੱਥਾਂ 'ਚ ਹੀ ਦੇਖਿਆ ਹੁੰਦਾ ਸੀ। ਉਹਨਾਂ ਨੂੰ ਆਪਣੀ ਜੇਬ 'ਚ ਪਾਉਣਾ ਕਦੀ ਨਸੀਬ ਨਹੀਂ ਸੀ ਹੋਇਆ ਹੁੰਦਾ। ਗਰੀਬਾਂ ਵਿਚਾਰਿਆਂ ਦੀ ਤਾਂ ਗੱਲ ਹੀ ਕੀ ਕਰਨੀ ਹੋਈ, ਜਿਨ੍ਹਾਂ ਦੇ ਹੱਥ ਪੱਲੇ ਨਾ ਉਦੋਂ ਕੁਝ ਸੀ, ਨਾ ਅੱਜ ਹੈ, ਅਤੇ ਨਾ ਸ਼ਾਇਦ ਦਿਸਣਯੋਗ ਭਵਿੱਖ ਵਿੱਚ ਹੀ ਹੋਏਗਾ। ਪਰ ਹੁਣ 1 ਰੁਪਈਏ ਦੀ ਇੱਜ਼ਤ ਇੰਨੀ ਕੁ ਰਹਿ ਗਈ ਹੈ ਕਿ ਅੱਜ ਅਣਖੀਲੇ ਮੰਗਤੇ ਵੀ 1 ਰੁਪਈਏ ਦੀ ਭੀਖ ਲੈਣ ਤੋਂ ਇਨਕਾਰੀ ਹਨ। ਮੈਨੂੰ ਇੱਕ ਅਜੀਬ ਘਟਨਾ ਯਾਦ ਆਉਂਦੀ ਹੈ। ਸਵਰਗਵਾਸੀ P.A. ਸੰਗਮਾ, ਜੋ ਮਗਰੋਂ ਲੋਕ ਸਭਾ ਦੀ ਸਪੀਕਰ ਬਣੇ, ਅਜੇ ਭਾਰਤ ਸਰਕਾਰ 'ਚ ਕਿਰਤ ਮੰਤਰੀ ਸੀ। ਆਦਿਵਾਸੀਆਂ ਵਾਲੇ ਭੋਲੇ ਤੇ ਸਾਦੇ ਸੁਭਾਅ ਕਾਰਨ ਉਹ ਖੇਤਾਂ 'ਚ ਬਟੇਰੇ ਭਾਲਦੇ ਫਿਰਦੇ ਸ਼ਿਕਾਰੀਆਂ ਵਾਂਗ ਇੱਧਰ ਉੱਧਰ ਬੰਦੂਕਾਂ ਸਿੰਨ੍ਹਦੇ, ਕਾਲੇ ਪਟਕਿਆਂ ਵਾਲੇ ਅੰਗ ਰੱਖਿਅਕ ਲੈ ਕੇ ਪਾਂ ਦੇ ਕੰਨ ਪਾੜਵੇਂ ਰੌਲੇ ਨਾਲ ਬਾਹਰ ਨਹੀਂ ਸੀ ਨਿਕਲਦੇ। ਸਧਾਰਨ ਬੰਦੇ ਵਾਂਗ ਤੁਰ ਪੈਂਦੇ। ਇੱਕ ਦਿਨ ਦਿੱਲੀ 'ਚ ਉਹਨਾਂ ਦੀ ਕਾਰ ਲਾਲ ਬੱਤੀ ਕਾਰਨ ਰੁਕੀ ਤਾਂ ਖੁੱਲ੍ਹੀ ਖਿੜਕੀ 'ਚੋਂ ਇੱਕ ਮੰਗਤੇ ਨੇ ਹੱਥ ਵਧਾ ਦਿੱਤਾ। ਸੰਗਮਾ ਜੀ ਬਟੂਏ 'ਚੋਂ 1 ਰੁਪਈਏ ਦਾ ਨੋਟ ਕੱਢ ਕੇ ਉਹਦੀ ਹਥੇਲੀ 'ਤੇ ਧਰਨ ਲੱਗੇ। ਮੰਗਤੇ ਨੇ ਝੱਟ ਹੱਥ ਪਿੱਛੇ ਖਿੱਚ ਲਿਆ ਅਤੇ ਆਪਣੇ ਠੂਠੇ 'ਚੋਂ 2 ਦਾ ਨੋਟ ਚੁੱਕ ਕੇ ਉਹਨਾਂ ਵੱਲ ਵਧਾ ਦਿੱਤਾ। ਮੰਗਤੇ ਦੇ ਪੜ੍ਹਾਏ ਗੂੜ੍ਹ ਆਰਥਿਕਤਾ ਦੇ ਇਸ ਸਬਕ ਨਾਲ ਸੰਗਮਾ ਦੰਗ ਰਹਿ ਗਏ। ਅਗਲੇ ਦਿਨ ਉਹਨਾਂ ਨੇ ਇਹ ਘਟਨਾ ਲੋਕ ਸਭਾ 'ਚ ਸੁਣਾ ਕੇ ਕਿਹਾ,
ਜਿਹੜੀ ਗੱਲ ਮੈਨੂੰ ਆਰਥਿਕਤਾ ਦੇ ਅੰਕੜੇ ਤੇ ਮਾਰ ਨਹੀਂ ਸੀ ਸਮਝਾ ਸਕੇ, ਉਹ ਇਸ ਘਟਨਾ ਨੇ ਸਮਝਾ ਦਿੱਤੀ ਹੈ ਕਿ ਵਿਚਾਰੇ ਰੁਪਈਏ ਨੂੰ ਤਾਂ ਹੁਣ ਪੁੱਛਦਾ ਹੀ ਕੋਈ ਨਹੀਂ। ਉਹਨਾਂ ਨੇ ਇਹ ਵਾਅਦਾ ਵੀ ਕੀਤਾ ਕਿ ਅਗਲੀ ਵਾਰ ਜਦੋਂ ਕਿਰਤ ਮੰਤਰੀ ਹੋਣ ਦੇ ਨਾਤੇ ਉਜਰਤਾਂ ਸੰਬੰਧੀ ਕਿਸੇ ਬੈਠਕ ਦੀ ਪ੍ਰਧਾਨਗੀ ਕਰਨਗੇ, ਉਹ ਜ਼ਰੂਰ ਕਿਰਤੀਆਂ ਦੀ ਉਜਰਤ ਵਧਾਉਣ ਦੇ ਹੱਕ 'ਚ ਭੁਗਤਣਗੇ। ਜਿੱਥੇ ਅੱਜ ਮੰਗਤੇ ਰੁਪਈਏ ਦਾ ਨੋਟ ਲੈਣੋਂ ਇਨਕਾਰੀ ਹੈ, ਅਸੀਂ ਕੋਈ ਮੇਲਾ ਦੇਖਣ ਜਾਣ ਸਮੇਂ ਅੱਜ ਦੇ 6 ਪੈਸਿਆਂ ਜਿੰਨਾ ਆਨਾ ਲੈ ਕੇ ਬਾਗੋ ਬਾਗ ਹੋ ਜਾਂਦੇ ਸੀ, ਕਿਉਂਕਿ ਉਦੋਂ ਖਾਣ ਵਾਲੀ ਚੀਜ਼ ਆਨੇ ਦੇ ਚੌਥੇ ਹਿੱਸੇ ਭਾਵ 1 ਪੈਸੇ ਦੀ ਵੀ ਚੰਗੀ ਖਾਸੀ ਮਿਲ ਜਾਂਦੀ ਸੀ। ਰਾਜਾ ਰਾਮ ਨੇਤਰਹੀਣ ਸੀ, ਸੂਖਮ ਜਿਹੇ ਸਰੀਰ ਵਾਲਾ ਪਰ ਚੁਸਤ ਫੁਰਤ। ਉਹਦੇ ਚਿਹਰੇ ਉੱਤੇ ਮਾਤਾ ਦੇ ਮੱਧਮ ਮੱਧਮ ਦਾਗ ਸੀ, ਜਿਹਨੇ ਉਹਦੀਆਂ ਅੱਖਾਂ ਨਸ਼ਟ ਕਰਕੇ ਬਿਲਕੁਲ ਜੋਤਹੀਣ ਬਣਾ ਦਿੱਤੀਆਂ ਸੀ। ਉਹਦਾ ਵੇਸ ਸਿੱਖਾਂ ਵਾਲਾ ਸੀ, ਸੂਖਮ ਜਿਹੀ ਅਣਛੋਈ ਸੱਸੀ ਦਾੜੀ, ਜੂੜੇ 'ਚ ਸਾਂਭੇ ਹੋਏ ਕੇਸਾਂ ਉੱਤੇ ਛੋਟੀ ਜਿਹੀ ਕੇਸਕੀ ਲਪੇਟੀ ਹੋਈ, ਸਿੱਖਾਂ ਵਾਲਾ ਕਛਹਿਰਾ। ਉਦੋਂ ਨੇਤਰਹੀਣ ਬੱਚਿਆਂ ਨੂੰ ਹੋਰ ਕੋਈ ਵੀ ਸਾਧਨ ਜਾਂ ਰਾਹ ਨਾ ਹੋਣ ਕਰਕੇ ਗੁਰਦੁਆਰੇ ਭੇਜ ਦਿੱਤਾ ਜਾਂਦਾ ਸੀ, ਜਿੱਥੇ ਭਾਈ ਜੀ ਬਾਲਕ ਨੂੰ ਉਹਦੀ ਪ੍ਰਤਿਭਾ ਅਤੇ ਰੁਚੀ ਅਨੁਸਾਰ ਕੀਰਤਨ ਦੀ ਨਹੀਂ ਤਾਂ ਫਿਰ ਢੋਲਕੀ ਜਾਂ ਵਾਜਾ ਵਜਾਉਣ ਦੀ ਸਿੱਖਿਆ ਦੇ ਦਿੰਦਾ ਸੀ। ਇਸੇ ਕਰਕੇ ਕੀਰਤਨੀ ਮੰਡਲੀਆਂ 'ਚ ਅਕਸਰ ਹੀ ਸੂਰਮੇ ਦਿਸਦੇ ਸੀ ਅਤੇ ਅੱਜ ਵੀ ਦਿਸਦੇ ਹੈ। ਉਸ ਜ਼ਮਾਨੇ 'ਚ ਦੌਧਰ ਪਿੰਡ ਦਾ ਗੁਰਦੁਆਰਾ ਇਸ ਨੇਕ ਕਾਰਜ ਲਈ ਸਾਡੇ ਇਲਾਕੇ ਵਿੱਚ ਮਸ਼ਹੂਰ ਸੀ। ਕੱਚੀ ਉਮਰੇ ਇੰਨੀ ਸਮਝ ਨਹੀਂ ਸੀ ਕਿ ਮੈਂ ਰਾਜਾ ਰਾਮ ਤੋਂ ਇਹ ਸਭ ਪੁੱਛ ਲੈਂਦਾ। ਇਹ ਗੱਲ ਤਾਂ ਪੱਕੀ ਹੈ ਵੀ ਉਹ ਜ਼ਰੂਰ ਕਿਸੇ ਗੁਰਦੁਆਰੇ ਭੇਜਿਆ ਗਿਆ ਹੋਏਗਾ। ਕੀਰਤਨ ਜਾਂ ਢੋਲਕੀ ਵਾਜੇ ਦੀ ਸਿੱਖਿਆ ਉਹਨੇ ਲਈ ਕਿ ਨਹੀਂ, ਕੋਈ ਪਤਾ ਨਹੀਂ, ਪਰ ਕਿਸੇ ਕਾਰਨ ਉਹ ਕੀਰਤਨੀਆ ਜਾਂ ਸਾਜ਼ੀ ਬਣਿਆ ਨਹੀਂ ਸੀ। ਹਾਂ, ਉਹਦਾ ਵੇਸ ਜ਼ਰੂਰ ਉਹਦੇ ਇਸ ਸਿੱਖਿਆ 'ਚੋਂ ਲੰਘੇ ਹੋਣ ਦੀ ਸ਼ਾਦੀ ਭਰਦਾ ਸੀ। ਇਹ ਵੇਸ ਉਹਨੇ ਸਾਰੀ ਉਮਰ ਨਿਭਾਇਆ। ਮਨੁੱਖੀ ਇਤਿਹਾਸ ਵਿੱਚ ਅਨੇਕ ਨੇਤਰਹੀਣ ਜਾਂ ਹੋਰ ਅੰਗਹੀਣ ਹੋਏ ਹਨ, ਜਿਨ੍ਹਾਂ ਨੇ ਅੰਗਾਂ ਵਾਲਿਆਂ ਨਾਲੋਂ ਵੱਡੇ ਕਾਰਨਾਮੇ ਕੀਤੇ ਹਨ। ਅੱਜ ਵੀ ਅਜਿਹੇ ਲੋਕਾਂ ਦੀ ਕੋਈ ਘਾਟ ਨਹੀਂ, ਪਰ ਮੈਂ ਆਪਣੀਆਂ ਨੇੜਲੀਆਂ 2 ਮਿਸਾਲਾਂ ਹੀ ਦੇਵਾਂਗਾ। ਆਪਣੇ ਕਿਸੇ ਸੰਜੈ ਦੀਆਂ ਅੱਖਾਂ ਰਾਹੀਂ ਤ੍ਰੈਮਾਸਿਕ ਨਜ਼ਰੀਆ ਤੇ ਕੋਈ ਨਾ ਕੋਈ ਪੁਸਤਕ ਸੰਪਾਦ ਕਰਦੇ ਰਹਿਣ ਤੋਂ ਇਲਾਵਾ ਰੋਜ਼ ਪੰਨਿਆਂ ਦੇ ਪੰਨੇ ਸਾਹਿਤ ਪੜ੍ਹ ਕੇ ਅਤੇ ਉਹਦੀਆਂ ਉਂਗਲਾਂ ਰਾਹੀਂ ਰੋਜ਼ ਪੰਨਿਆਂ ਦੇ ਪੰਨੇ ਮੌਲਿਕ ਅਤੇ ਆਲੋਚਨਾਤਮਕ ਸਾਹਿਤ ਰਚ ਕੇ ਮੇਰਾ ਮਿੱਤਰ ਐਸ ਤਰਸੇਮ ਪੰਜਾਬੀ ਸਾਹਿਤ ਦਾ ਇੱਕ ਮਹੱਤਵਪੂਰਨ ਨਾਂ ਬਣਿਆ ਰਿਹਾ, ਵਿਛੋੜੇ ਪਿੱਛੋਂ ਵੀ ਬਣਿਆ ਹੋਇਆ ਹੈ। ਸਾਡਾ ਸੂਰਮਾ ਬਾਈਏ ਦੇ ਪ੍ਰਸਿੱਧ ਪਿੰਡ ਕਲਿਆਣ ਵਿਆਹੀ ਹੋਈ ਮੇਰੀ ਭੂਆ ਦਾ ਮੈਥੋਂ ਕਈ ਸਾਲ ਵੱਡਾ ਪੁੱਤ ਸੀ। ਨਾ ਤਾਂ ਗੁਰਬਖਸ਼ ਸਿੰਘ ਸੀ, ਪਰ ਨੇਤਰਹੀਣ ਹੋਣ ਕਰਕੇ ਸਭ ਉਹਨੂੰ ਸੂਰਮਾ ਹੀ ਆਖਦੇ। ਇੱਕ ਤਰ੍ਹਾਂ ਨਾਲ ਉਹਦਾ ਨਾਂ ਹੀ ਸੂਰਮਾ ਹੋ ਗਿਆ ਸੀ। ਲੋਕਾਂ ਨੂੰ ਇੰਨਾ ਸੁਚੱਜ ਹੈ ਸੀ ਕਿ ਅੰਨਾ ਜਿਹਾ ਕੁਚੱਜਾ ਸ਼ਬਦ ਵਰਤਣ ਦੀ ਥਾਂ ਉਹਦਾ ਸੁਚੱਜਾ ਬਦਲ ਵਰਤਦੇ ਸਨ। ਕਲਿਆਣ ਸਾਡੇ ਪਿੰਡ ਪਿੱਥੋਂ ਤੋਂ 10 ਕੋਹ ਵਾਟ ਹੈ। ਉੱਥੋਂ 5 ਕੋਹ ਅੱਗੇ ਮੇਰਾ ਨਾਨਕਾ ਪਿੰਡ ਰੋਮਾਣਾ ਅਜੀਤ ਸਿੰਘ ਹੈ। ਸੜਕਾਂ ਬੱਸਾਂ ਹੈ ਨਹੀਂ ਸੀ, ਲੋਕ ਪੈਦਲ ਹੀ ਸਫ਼ਰ ਕਰਦੇ ਅਤੇ ਰਾਹ ਵਿਚਲੀਆਂ ਰਿਸ਼ਤੇਦਾਰੀਆਂ ਜਾਂ ਵਾਕਫੀਅਤਾਂ 'ਚ ਦਮ ਲੈਂਦੇ ਅਤੇ ਪਾਣੀ ਧਾਣੀ ਪੀਂਦੇ ਜਾਂਦੇ। ਇੱਕ ਵਾਰ ਸੂਰਮਾ ਕਹਿੰਦਾ, ਮਾਮੀ ਜੀ ਖੇਤ ਤਾਈਂ ਮੇਰੇ ਨਾਲ ਬੋਤੇ ਉੱਤੇ ਚੱਲੋ। ਖੇਤ ਐਨ ਰੋਮਾਣਿਆਂ ਵਾਲੇ ਪਾਸੇ ਪਿੰਡੋਂ ਕਾਫੀ ਦੂਰ ਸੀ ਅਤੇ ਖਾਸੀ ਵਾਟ ਨਿਬੜ ਜਾਣੀ ਸੀ। ਮੈਂ ਅਤੇ ਮੇਰੀ ਮਾਂ ਉਹਦੇ ਨਾਲ ਬੋਤੇ ਉੱਤੇ ਬੈਠ ਗਏ। ਸਾਰੇ ਰਾਹ ਉਹ ਜਿਹੀਆਂ ਗੱਲਾਂ ਕਰਦਾ ਗਿਆ, ਮਾਮੀ ਜੀ ਇਹ ਖੱਬੇ ਹੱਥ ਕਾਲੀ ਘੱਟ ਵਰਗੀ ਕਣਕ ਫਲਾਣੇ ਦੀ ਹੈ, ਜੱਟ ਬਹੁਤ ਮਿਹਨਤ ਕਰਦਾ ਹੈ। ਉਹ ਸੱਜੇ ਟਾਹਲੀ ਵਾਲੇ ਖੇਤ ਦੇਖੋ, ਅਮਕਾ ਜਿਹਾ ਐਸਾ ਘੌਲੀ ਹੈ, ਬਜਾਈ ਪਛੇਤੀ ਕਰਦੀ, ਅੱਧ ਪੱਲੇ ਪਊ, ਵਗੈਰਾ ਵਗੈਰਾ। ਅਜਿਹੀ ਸਾਰੀ ਜਾਣਕਾਰੀ ਉਹਨੇ ਵੀ ਦੂਜਿਆਂ ਦੀਆਂ ਅੱਖਾਂ ਰਾਹੀਂ ਦੇਖ ਕੇ ਹੀ ਚੇਤੇ 'ਚ ਵਸਾਈ ਹੋਈ ਹੁੰਦੀ ਸੀ। ਰਾਜਾ ਰਾਮ ਦਾ ਇੱਕ ਭਰਾ ਹੋਰ ਸੀ, ਉਸ ਤੋਂ ਵੱਡਾ ਰੰਗੀ ਰਾਮ। ਉਹ ਬਾਲ ਬੱਚੇ ਵਾਲਾ ਸੀ ਅਤੇ ਪੂਰਾ ਧੋਤੀ ਬੰਨ੍ਹ ਨੱਤੀਆਂ ਵਾਲਾ ਬਾਣੀਆ ਸੀ। ਰਾਜਾ ਰਾਮ ਦਾ ਸਰੀਰਕ ਬੱਜ ਕਾਰਨ ਅਣਵਿਆਹਿਆ ਰਹਿ ਜਾਣਾ ਕੁਦਰਤੀ ਸੀ। ਮੰਡੀਓਂ ਸੌਦਾ ਸੂਤ ਲਿਆਉਣ ਦਾ ਕੰਮ ਅਤੇ ਘਰ ਕਬੀਲਦਾਰੀ ਦਾ ਹਰ ਰੁਝੇਵਾਂ ਰੰਗੀ ਰਾਮ ਦੇ ਜਿੰਮੇ ਸੀ। ਵਿਹਲੇ ਵੇਲੇ ਉਹ ਹੱਟ 'ਚ ਆ ਕੇ ਬੈਠਦਾ, ਪਰ ਇੱਕ ਗੋਡੇ ਉੱਤੇ ਦੂਜੀ ਲੱਤ ਰੱਖ ਕੇ ਮੌਜ ਨਾਲ ਗੱਦੀ ਉੱਤੇ ਅੱਧ ਲੇਟਿਆ ਜਿਹਾ ਪਿਆ ਰਹਿੰਦਾ। ਹੱਟ 'ਚ ਉਹਦੇ ਹੁੰਦਿਆਂ ਵੀ ਗਾਹਕਾਂ ਨੂੰ ਰਾਜਾ ਰਾਮ ਹੀ ਭੁਗਤਾਉਂਦਾ ਸੀ। ਜੇ ਕੋਈ ਗਾਹਕ ਆਖ ਦਿੰਦਾ, ਰੰਗੀ ਰਾਮਾ ਜਦੋਂ ਤੂੰ ਹਾਜ਼ਰ ਹੈ ਰਾਜਾ ਰਾਮ ਨੂੰ ਬੈਠਣ ਦੇ, ਤੂੰ ਜੋਕ ਸੌਦਾ, ਉਹ ਕੱਚਾ ਜੇ ਹੋ ਕੇ ਆਖਦਾ, ਉਹ ਭਾਈ ਰਾਜਾ ਰਾਮ ਦੀਆਂ ਰਾਜਾ ਰਾਮ ਹੀ ਜਾਣੇ, ਮੈਨੂੰ ਨਹੀਂ ਕੋਈ ਸਮਝ ਇਹਦੀਆਂ ਰੱਖੀਆਂ ਚੀਜ਼ਾਂ ਦੀ। ਭਲੇ ਜ਼ਮਾਨੇ ਸੀ ਜਦੋਂ ਅਜੇ ਮਾੜੇ ਬੰਦਿਆਂ ਵਿੱਚ ਵੀ ਇਨਸਾਨੀਅਤ ਬਾਕੀ ਸੀ। ਹੁਣ ਦੀ ਬੁੱਧੀ ਅਨੁਸਾਰ ਮੈਂ ਦਾਅਵੇ ਨਾਲ ਕਹਿ ਸਕਦਾ, ਅਜਿਹੀ ਨੌਬਤ ਕਦੀ ਨਹੀਂ ਆਈ ਹੋਏਗੀ ਜਦੋਂ ਕਿਸੇ ਗਾਹਕ ਨੇ ਰਾਜਾ ਰਾਮ ਨੂੰ ਗੱਲੀਂ ਲਾ ਕੇ ਹੱਟ ਤੋਂ ਕੋਈ ਚੀਜ਼ ਚੁੱਪ ਚੁਪੀਤੇ ਜੇਬ 'ਚ ਪਾ ਲਈ ਹੋਵੇ।
ਕਿਸੇ ਨਿੱਘਰੇ ਹੋਏ ਬੰਦੇ ਨੇ ਵੀ ਕਦੀ ਇੰਨਾ ਨਿਗਰਨਾ ਠੀਕ ਨਹੀਂ ਸਮਝਿਆ ਹੋਏਗਾ। ਜਦੋਂ ਕੋਈ ਗਾਹਕ ਰਾਜਾ ਰਾਮ ਦੀ ਤੱਕੜੀ 'ਚ ਦਾਣੇ ਪਾਉਂਦਾ, ਉਹ ਟੋਹ ਕੇ ਭਾਰ ਦਾ ਅੰਦਾਜ਼ਾ ਲਾਉਂਦਾ, ਦੂਜੇ ਪੱਲੜੇ 'ਚ ਵੱਟੇ ਰੱਖਦਾ, ਤੱਕੜੀ ਦਾ ਬੋਦਾ ਉਹ ਗੁੱਠੇ ਦੇ ਨਾਲ ਵਾਲੀ ਉਂਗਲ ਦੇ ਬੋਲੀ ਉਂਗਲ 'ਚ ਫੜਦਾ ਤੇ ਗੁੱਠੇ ਤੇ ਚੀਚੀ ਨਾਲ ਤੱਕੜੀ ਦੀ ਡੰਡੀ ਦੇ ਦੋਵੇਂ ਪਾਸੇ ਮਹਿਸੂਸਦਾ ਰਹਿੰਦਾ। ਜਦੋਂ ਡੰਡੀ ਬਰਾਬਰ ਹੋ ਜਾਂਦੀ, ਉਹ ਗਾਹਕ ਦੀ ਤਸੱਲੀ ਲਈ ਗੂਠਾ ਤੇ ਚੀਚੀ ਹਟਾ ਕੇ ਤੱਕੜੀ ਦੀ ਡੰਡੀ ਦਿਖਾ ਦਿੰਦਾ। ਉਹ ਗਾਹਕ ਨੂੰ ਦਾਣਿਆਂ ਦਾ ਭਾਅ ਦੱਸ ਕੇ ਪੈਸੇ ਦੱਸਦਾ ਤੇ ਉਹਨੂੰ ਪੁੱਛਦਾ ਵੀ ਉਹਨੇ ਕੀ ਲੈਣਾ। ਉਹਨੇ ਚੀਜ਼ਾਂ ਵਾਲੇ ਡੱਬੇ ਤੇ ਪੀਪੇ ਆਪਣੇ ਹਿਸਾਬ ਨਾਲ ਹੀ ਰੱਖੇ ਹੋਏ ਸੀ। ਉਹਨਾਂ ਸਭਨਾਂ ਦਾ ਉਹਨੂੰ ਚੇਤਾ ਸੀ। ਉਹ ਜਿੱਥੋਂ ਕੁਛ ਚੁੱਕਦਾ ਉੱਥੇ ਟਿਕਾ ਦਿੰਦਾ। ਉਹ ਹਰ ਸੌਦਾ ਵੀ ਦਾਣਿਆਂ ਵਾਂਗ ਹੀ ਪੂਰਾ ਜੋਖ ਦਿੰਦਾ। ਪਹਿਲਾਂ ਗਾਹਕ ਦੇ ਲਿਆਂਦੇ ਦਾਣੇ ਜੋਖਣ ਦਾ ਤੇ ਫਿਰ ਗਾਹਕ ਦੀ ਮੰਗੀ ਚੀਜ਼ ਜੋਖਣ ਦਾ ਰਾਜਾ ਰਾਮ ਦਾ ਤਰੀਕਾ ਸੋਚ ਕੇ ਮੈਂ ਹੈਰਾਨ ਰਹਿ ਜਾਂਦਾ। ਪਰ ਜਿਹੜੀ ਗੱਲ ਸੁਣ ਕੇ ਸਾਤੋਂ ਪਿਛਲੀਆਂ ਪੀੜ੍ਹੀਆਂ ਤਾਂ ਹੈਰਾਨ ਹੋਣਗੀਆਂ ਹੀ, ਸ਼ਾਇਦ ਮੇਰੇ ਹਾਣੀ ਵੀ ਹੈਰਾਨ ਹੋ ਜਾਣ। ਉਹ ਸੀ ਰਾਜਾ ਰਾਮ ਦਾ ਗਾਹਕ ਦਾ ਮੰਗਿਆ ਰੰਗ ਜੋਖਣਾ। ਪਹਿਲਾਂ ਉਹ ਦਾਣੇ ਤੱਕੜੀ 'ਚ ਜੋਖ ਕੇ ਗਾਹਕ ਨੂੰ ਪੈਸੇ ਦੱਸ ਦਿੰਦਾ। ਫਿਰ ਉਹ ਤੱਕੜੀ ਰੱਖ ਕੇ ਕਟੋਰੀਆਂ ਵਰਗੇ ਪਿੱਤਲ ਦੇ ਪੱਲੜਿਆਂ ਵਾਲਾ ਛੋਟਾ ਜਿਹਾ ਤੱਕੜੀਆ, ਜਿਹਨੂੰ ਉਦੋਂ ਵਾਂਗ ਅੱਜ ਵੀ ਕੰਡਈ ਕਿਹਾ ਜਾਂਦਾ ਹੈ, ਲੈ ਕੇ ਉਹਦੀਆਂ ਉਲਝੀਆਂ ਡਸਾਂ ਠੀਕ ਕਰਦਾ। ਉਹਦੀ ਬੋਦੀ ਫੜ ਕੇ ਠੀਕ ਹੋ ਗਿਆ ਹੋਣ ਦੀ ਆਪ ਵੀ ਤਸੱਲੀ ਕਰਦਾ ਤੇ ਦਿਖਾ ਕੇ ਗਾਹਕ ਦੀ ਵੀ ਤਸੱਲੀ ਕਰਾਉਂਦਾ। ਤੱਕੜੀਏ ਦੇ ਇੱਕ ਪੱਲੜੇ 'ਚੋਂ ਕਾਗਜ਼ ਦੀ ਪਰਚੀ ਰੱਖਦਾ। ਗਾਹਕ ਦੇ ਮੰਗੇ ਰੰਗ ਵਾਲਾ ਡੱਬਾ ਚੁੱਕ ਕੇ ਚਮਚੀ ਨਾਲ ਰੰਗ ਜੋਖਦਾ, ਪੁੜੀ ਬੰਨ੍ਹਦਾ, ਗਾਹਕ ਦੇ ਹਵਾਲੇ ਕਰ ਦਿੰਦਾ। ਅੱਧੀ ਇੱਟ ਤੋਂ ਥੋੜ੍ਹੇ ਜਿਹੇ ਵੱਧ ਲੰਮੇ, ਬਾਹਰੋਂ ਸੁਨਹਿਰੀ ਜਿਹੇ ਦਿਸਦੇ ਕਿਸੇ ਇੱਕੋ ਕੰਪਨੀ ਦੇ ਰੰਗਾਂ ਦੇ ਡੱਬੇ ਉਹਦੀ ਦੁਕਾਨ ਦੇ ਇੱਕ ਖਾਨੇ 'ਚ ਕਤਾਰ ਦੀ ਕਤਾਰ ਸਜੇ ਹੋਏ ਹੁੰਦੇ। ਉਹਨੂੰ ਪਹਿਲੀ ਵਾਰੀ ਠੀਕ ਰੰਗ ਚੁੱਕਣ 'ਚ ਕਦੇ ਕੋਈ ਭੁਲੇਖਾ ਨਹੀਂ ਸੀ ਲੱਗਿਆ। ਕਦੇ ਉਹਨੇ ਗਾਹਕ ਨੂੰ ਨਹੀਂ ਸੀ ਪੁੱਛਿਆ ਵੀ ਦੇਖੀ ਇਹ ਤੇਰੇ ਵਾਲਾ ਰੰਗ ਹੈ ਕਿ ਕੋਈ ਹੋਰ ਰੰਗ ਹੈ। ਰਾਜਾ ਰਾਮ ਦੀ ਯਾਦ ਸ਼ਕਤੀ ਤਾਂ ਆਪਾਂ ਠੀਕ ਡੱਬੇ 'ਚੋਂ ਠੀਕ ਸੌਦਾ ਜੋਖਣ ਤੋਂ ਦੇਖ ਲਈ। ਅੱਖਾਂ ਵਾਲਿਆਂ ਤੋਂ ਵੱਡੀ ਉਹਦੀ ਸਮਰੱਥਾ ਦੀ ਜਿਹੜੀ ਕਥਾ ਤੁਹਾਨੂੰ ਹੁਣ ਸੁਣਾਉਣ ਲੱਗਿਆ, ਉਹ ਚੇਤੇ ਕਰਕੇ ਹਾਸਾ ਤਾਂ ਆਉਂਦਾ ਹੀ ਹੈ। ਉਹਦੇ ਭਰਾ ਵਿਚਾਰੇ ਰੰਗੀ ਰਾਮ 'ਤੇ ਤਰਸ ਵੀ ਆਉਂਦਾ ਹੈ। ਉਦੋਂ ਸਾਡੇ ਇਲਾਕੇ 'ਚ ਕਿਸਾਨੀ ਭੋਏ ਦਾ ਕੁਛ ਹਿੱਸਾ ਨਹਿਰੀ ਪਾਣੀ ਦੀ ਪਹੁੰਚ ਵਿੱਚ ਹੁੰਦਾ। ਬਾਕੀ ਹਿੱਸਾ, ਜਿਹਨੂੰ ਮਾਰੂ ਜਾਂ ਵਰਾਨੀ ਕਿਹਾ ਜਾਂਦਾ ਸੀ, ਲੰਮੀਆਂ ਜੜ੍ਹਾਂ ਵਾਲੀ ਗੁਆਰੇ ਜਾਂ ਛੋਲਿਆਂ ਵਰਗੀ ਕੋਈ ਫਸਲ ਤਾਂ ਦਿੰਦਾ, ਪਰ ਨਹਿਰੀ ਪਾਣੀ ਦੇ ਪੱਧਰ ਤੋਂ ਉੱਚਾ ਹੋਣ ਕਰਕੇ ਫਸਲ ਦਾ ਚੰਗੀ ਮੰਦੀ ਹੋਣਾ ਮੀਂਹ ਉੱਤੇ ਹੀ ਨਿਰਭਰ ਕਰਦਾ। ਕਈ ਖੇਤਾਂ 'ਚ ਕੱਕੇ ਰੇਤੇ ਦੇ ਟਿੱਬੇ ਹੁੰਦੇ, ਜਿਨ੍ਹਾਂ ਉੱਤੇ ਕਿਸਾਨ ਦੀ ਮਾਲਕੀ ਤਾਂ ਹੁੰਦੀ, ਪਰ ਪੈਦਾ ਉੱਕਾ ਹੀ ਕੁਛ ਨਹੀਂ ਸੀ ਹੁੰਦਾ। ਵੈਰਾਨੀ ਜ਼ਮੀਨ ਤੇ ਟਿੱਬਿਆਂ ਦੀ ਭਰਮਾਰ ਕਾਰਨ ਤੇਜ਼ ਹਵਾ ਅਕਸਰ ਰੇਤਲੀ ਹਨੇਰੀ ਦਾ ਰੂਪ ਲੈ ਲੈਂਦੀ। ਕਈ ਵਾਰ ਤਾਂ ਰੇਤੇ ਦੇ ਰੂਲੇ ਕਾਲੀਆਂ ਘਟਾਵਾਂ ਵਾਂਗ ਚੜ੍ਹੇ ਆਉਂਦੇ ਦਿਸਦੇ। ਸਾਡੇ ਸੂਰਮੇ ਦੇ ਪਿੰਡ ਕਲਿਆਣਾ ਦੇ ਟਿੱਬੇ ਮਸ਼ਹੂਰ ਸੀ। ਕਿਸੇ ਭੂਗੋਲਕ ਵਾਤਾਵਰਣੀ ਹਿਸਾਬ ਕਾਰਨ ਸਾਡੇ ਪਿੰਡ ਹਨੇਰੀਆਂ ਅਕਸਰ ਉੱਧਰੋਂ ਹੀ ਆਉਂਦੀਆਂ। ਲੋਕ ਰੌਲਾ ਪਾਉਂਦੇ, ਉਹ ਆ ਗਈ ਬਈ ਹਨੇਰੀ ਕਲਿਆਣਾ ਦੇ ਟਿੱਬਿਆਂ ਤੋਂ, ਚੀਜ਼ ਵਸਤ ਸਾਂਭੋ ਫਟਾਫਟ। ਤੇ ਜਦੋਂ ਹਨੇਰੀ ਰੁਕਦੀ, ਉਹ ਵਿਹੜਿਆਂ 'ਚ ਕਲਿਆਣਾ ਦੇ ਟਿੱਬਿਆਂ ਤੋਂ ਲਿਆਂਦਾ ਹੋਇਆ ਕੱਕਾ ਰੇਤਾ ਵਿਛਾ ਚੁੱਕੀ ਹੁੰਦੀ। ਸੁਆਣੀਆਂ ਇੱਕ ਦੂਜੇ ਨੂੰ ਆਖਦੀਆਂ, ਨਹੀਂ ਭੈਣੇ, ਅੱਜ ਤਾਂ ਜਾਏ ਖਾਣੀ ਹਨੇਰੀ ਨੇ 2 ਬੱਠਲ ਰੇਤਾ ਵਿਹੜੇ 'ਚ ਲਿਆ ਸੱਟਿਆ। ਕਈ ਵਾਰੀ ਹਨੇਰੀ ਗਰਮੀਆਂ ਦੀ ਅੱਧੀ ਰਾਤ ਛੱਤਾਂ 'ਤੇ ਘੂਕ ਸੁੱਤੇ ਪਏ ਲੋਕਾਂ ਨੂੰ ਅਚਾਨਕ ਆ ਦੱਬਦੀ। ਸਭ ਹੜਬੜਾ ਕੇ ਜਾਗਦੇ, ਭਾਜੜਾਂ ਪੈ ਜਾਂਦੀਆਂ। ਜਵਾਕ ਚੀਕ ਚਿਹਾੜਾ ਪਾ ਦਿੰਦੇ। ਜਨਾਨੀਆਂ ਉੱਡਦੇ ਜਾਂਦੇ ਲੀੜੇ ਲੱਤੇ ਸਾਂਭਦੀਆਂ। ਪੌੜੀਆਂ ਕਿਹੜਾ ਚੌੜੀਆਂ ਸੀਮਿੰਟ ਦੀਆਂ ਹੁੰਦੀਆਂ ਸੀ। ਛੱਤ ਉੱਤੇ ਚੜ੍ਹਨ ਉਤਰਨ ਲਈ ਕੰਧ ਨਾਲ ਬਾਂਸ ਦੀ ਪੌੜੀ ਲੱਗੀ ਹੁੰਦੀ। ਬੰਦੇ ਦੇ ਭਾਰ ਨਾਲ ਉਹ ਲਚਕਣ ਲੱਗਦੀ। ਇਉਂ ਲਚਕਦੀ ਡੋਲਦੀ ਪੌੜੀ ਰਾਹੀਂ ਚੜ੍ਹਨਾ ਉਤਰਨਾ ਵੱਖਰੀ ਮੁਸੀਬਤ ਹੁੰਦਾ। ਇੱਕ ਵਾਰੀ ਅਜਿਹੀ ਹਫੜਾ ਦਫੜੀ 'ਚ ਗੁਆਂਢੀਆਂ ਨੇ ਹਨੇਰੀ ਦੇ ਖੜਕੇ ਦੜਕੇ ਤੇ ਜਵਾਕਾਂ ਦੇ ਰੌਲੇ ਰੱਪੇ ਦੇ ਬਾਵਜੂਦ ਰੰਗੀ ਰਾਮ ਦੀ ਤਰਲੇ ਭਰੀ ਅੱਧ ਰੋਣੀ ਆਵਾਜ਼ ਸੁਣੀ, ਉਹ ਰਾਜਾ ਰਾਮ, ਤੂੰ ਮਗਰੋਂ ਉਤਰੀ, ਪਹਿਲਾਂ ਸਾਨੂੰ ਸਾਰਿਆਂ ਨੂੰ ਬਾਹੋਂ ਫੜ ਪੌੜੀ ਉਤਾਰ। ਹਨੇਰੀ ਦੀ ਮੁਸੀਬਤ ਵਿੱਚ ਵੀ ਗੁਆਂਢੀਆਂ ਦਾ ਹਾਸਾ ਨਿਕਲ ਗਿਆ। ਮਗਰੋਂ ਲੋਕ ਛੇੜਦੇ, ਰੰਗੀ ਰਾਮਾ, ਤੈਨੂੰ ਅੱਖਾਂ ਵਾਲੇ ਨੂੰ ਸੂਰਮਾ ਰਾਜਾ ਰਾਮ ਪੌੜੀ ਉਤਾਰਨਾ ਚਾਹੀਦਾ ਸੀ, ਤੂੰ ਉਲਟਾ ਉਹਦਾ ਆਸਰਾ ਭਾਲਦਾ ਸੀ। ਉਹ ਕੱਚਾ ਜਿਹਾ ਹੋ ਕੇ ਆਖਦਾ, ਉਹ ਭਾਈ, ਸਾਡੇ ਵਿਚਾਰੇ ਰਾਜਾ ਰਾਮ ਦੀ ਤਾਂ ਸਦਾ ਹੀ ਹਨੇਰੀ ਹੈ। ਅਚਾਨਕ ਹਨੇਰੀ ਨੇ ਇਉਂ ਆ ਦੱਬੇ, ਸਾਨੂੰ ਤਾਂ ਪਤਾ ਹੀ ਕੁਛ ਨਾ ਲੱਗੇ। ਚੜ੍ਹਦਾ ਛਿਪਦਾ ਪਾਸਾ ਕਿੱਧਰ ਹੈ ਤੇ ਪੌੜੀ ਕਿਸ ਪਾਸੇ ਹੈ। ਸੱਚੀ ਗੱਲ ਹੈ, ਸਾਨੂੰ ਤਾਂ ਸਾਡੇ ਰਾਜਾ ਰਾਮ ਨੇ ਹੀ ਹੱਥ ਫੜ ਕੇ ਪਾਰ ਲੰਘਾਇਆ। ਰਾਜਾ ਰਾਮ ਦਾ ਵੇਸ ਤਾਂ ਜ਼ਰੂਰ ਸਿੱਖਾਂ ਵਾਲਾ ਸੀ, ਪਰ ਉਹਨੇ ਅੰਮ੍ਰਿਤ ਨਹੀਂ ਸੀ ਛਕਿਆ ਹੋਇਆ। ਉਹਦਾ ਨਾਂ ਇਹੋ ਸੂਹ ਦਿੰਦਾ ਸੀ ਕਿ ਜੇ ਉਹ ਅੰਮ੍ਰਿਤਧਾਰੀ ਹੁੰਦਾ, ਉਹ ਰਾਜਾ ਰਾਮ ਦੀ ਥਾਂ ਰਾਜਾ ਸਿੰਘ
ਰਾਮ ਸਿੰਘ ਜਾਂ ਰਾਜਾ ਰਾਮ ਸਿੰਘ ਜਾਂ ਕੋਈ ਹੋਰ ਸਿੰਘ ਹੁੰਦਾ, ਪਰ ਸੁਭਾਅ ਦੇ ਪੱਖੋਂ ਗੁਰਬਾਣੀ 'ਚ ਦੱਸੇ ਹੋਏ ਗੁਰਮੁਖ ਬੰਦੇ ਦਾ ਸਰੂਪ ਸੀ। ਉਹ ਸ਼ਾਂਤ ਅਤੇ ਮਿੱਠ ਬੋਲੜਾ ਸੀ। ਬੁੱਢੇ ਤੋਂ ਲੈ ਕੇ ਬਾਲ ਤੱਕ ਇੱਕੋ ਜਿੰਨੀ ਨਿਮਰਤਾ ਅਤੇ ਆਪਣਤ ਨਾਲ ਪੇਸ਼ ਆਉਂਦਾ। ਮੈਂ ਕਦੀ ਇੱਕ ਵਾਰ ਵੀ ਉਹਨੂੰ ਕਿਸੇ ਨਾਲ ਗੁੱਸੇ ਹੋਣਾ ਅਤੇ ਝਗੜਨਾ ਇੱਕ ਪਾਸੇ ਉੱਚੀ ਬੋਲਦਾ ਵੀ ਨਹੀਂ ਸੀ ਦੇਖਿਆ ਸੁਣਿਆ। ਉਹ ਮੇਰੇ ਚੇਤੇ 'ਚ ਵਸੇ ਹੋਏ ਉਹਨਾਂ ਬੰਦਿਆਂ 'ਚੋਂ ਹੈ ਜਿਨ੍ਹਾਂ ਦੀ ਜਦੋਂ ਯਾਦ ਆਉਂਦੀ ਹੈ, ਸੌਣ ਦੀ ਪਹਿਲੀ ਫੁਹਾਰ ਵਾਂਗ ਆਉਂਦੀ ਹੈ। ਧੰਨਵਾਦ।